ਇੰਗਲੈਂਡ ਦੀ ਧਰਤੀ ਤੇ। ਇੰਗਲੈਂਡ ਜਾਣ ਪਿੱਛੇ ਜਸਵੰਤ ਸਿੰਘ ਦੇ ਮਨ ਵਿੱਚ ਦੋ ਵਿਚਾਰ ਕੰਮ ਕਰਦੇ ਜਾਪਦੇ ਸਨ। ਇੱਕ ਤਾਂ ਉਹ ਉੱਥੇ ਬਹਿ ਕੇ ਭਾਰਤ ਸਰਕਾਰ ਵੱਲੋਂ ਪੰਜਾਬ ਅੰਦਰ ਸਿੱਖ ਕੌਮ ਉੱਤੇ ਢਾਹੇ ਜਾ ਰਹੇ ਅਣਮਨੁੱਖੀ ਅਤਿਆਚਾਰਾਂ ਦੇ ਮਸਲੇ ਨੂੰ ਕੌਮਾਂਤਰੀ ਪੱਧਰ ਤੇ ਉਭਾਰਨਾ ਚਾਹੁੰਦਾ ਸੀ। ਦੂਜਾ, ਭਾਈ ਜਸਵੰਤ ਸਿੰਘ ਦੀ ਰੁਚੀ ਕੇਵਲ ਤੇ ਕੇਵਲ ਮਨੁੱਖੀ ਹੱਕਾਂ ਦੀ ਰੱਖਿਆ ਕਰਨ ਤੱਕ ਸੀਮਤ ਨਹੀਂ ਸੀ। ਉਸ ਦੀ ਇਹ ਨਿਸ਼ਚਿਤ ਧਾਰਨਾ ਸੀ ਕਿ ਮਨੁੱਖੀ ਹੱਕਾਂ ਨੂੰ ਰਾਜਨੀਤੀ ਨਾਲੋਂ ਅਲੱਗ ਕਰਕੇ ਨਹੀਂ ਦੇਖਿਆ ਜਾ ਸਕਦਾ। ਮਨੁੱਖੀ ਹੱਕਾਂ ਦਾ ਮਸਲਾ ਕਿਸੇ ਖਲਾਅ ਵਿੱਚੋਂ ਪੈਦਾ ਨਹੀਂ ਹੁੰਦਾ, ਇਹ ਹਮੇਸ਼ਾ ਰਾਜਸੀ ਸੰਘਰਸ਼ 'ਚੋਂ ਪੈਦਾ ਹੁੰਦਾ ਹੈ। ਸੱਚ ਤਾਂ ਇਹ ਹੈ ਕਿ ਇਹ ਅਮਲੀ ਪੱਧਰ ਤੇ ਲੜੇ ਜਾ ਰਹੇ ਰਾਜਸੀ ਸੰਘਰਸ਼ ਦਾ ਹੀ ਅੰਗ ਹੁੰਦਾ ਹੈ। ਇੰਗਲੈਂਡ ਤੋਂ ਛਪਦੇ 2 ਪਰਚਿਆਂ ਵਿੱਚ ਉਸਨੇ ਇਸ ਮਸਲੇ ਤੇ ਇੱਕ ਉਚੇਚਾ ਲੇਖ ਲਿਖਿਆ ਸੀ, ਧਰਮ ਤੇ ਰਾਜਨੀਤੀ ਦਾ ਰਿਸ਼ਤਾ। ਇਹ ਲੇਖ ਦੇਸ ਪ੍ਰਦੇਸ਼ 26 ਜੂਨ 1992 ਅਤੇ ਹਿਊਮਨ ਰਾਈਟਸ ਤੇ ਰਾਜਨੀਤੀ ਪੰਜਾਬ ਟਾਈਮਜ਼ ਇੰਟਰਨੈਸ਼ਨਲ 26 ਅਪ੍ਰੈਲ 1995 ਵਿੱਚ ਛਪਿਆ ਸੀ। ਜਦੋਂ ਉਹ ਜ਼ਮੀਨੀ ਪੱਧਰ ਤੇ ਸਰਕਾਰੀ ਜ਼ੁਲਮਾਂ ਵਿਰੁੱਧ ਵੀਰਤਾ ਭਰਿਆ ਸੰਘਰਸ਼ ਕਰ ਰਿਹਾ ਸੀ, ਉਸ ਵੇਲੇ ਉਹ ਰਾਜਨੀਤੀ ਤੋਂ ਬੇਖਬਰ ਜਾਂ ਬੇਵਾਸਤਾ ਨਹੀਂ ਸੀ। ਉਹ ਨਾ ਸਿਰਫ ਭਾਰਤੀ ਹੁਕਮਰਾਨਾਂ ਦੀ ਰਾਜਨੀਤੀ ਨੂੰ ਗਹਿਰੀ ਦਿਲਚਸਪੀ ਨਾਲ ਦੇਖ ਤੇ ਸਮਝ ਰਿਹਾ ਸੀ, ਨਾਲ ਹੀ ਉਹ ਸਿੱਖ ਰਾਜਨੀਤੀ ਦੇ ਸਾਰੇ ਰੂਪਾਂ, ਪੱਖਾਂ ਤੇ ਪਰਤਾਂ ਨੂੰ ਵੀ ਬਰੀਕੀ ਨਾਲ ਘੋਖ ਰਿਹਾ ਸੀ। ਉਸ ਵੇਲੇ ਤੱਕ ਉਸ ਦੇ ਇਹ ਦ੍ਰਿੜ ਮੱਤ ਬਣ ਚੁੱਕੇ ਸਨ। ਪਹਿਲਾ, ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਉੱਤੇ ਭਾਰਤੀ ਫੌਜ ਦੇ ਹਮਲੇ ਦੇ ਨਾਲ ਹੀ ਸਿੱਖ ਕੌਮ ਦੇ ਪ੍ਰਭੂਤਾ ਸੰਪੰਨ ਰਾਜ ਖਾਲਿਸਤਾਨ ਦੀ ਨੀਂਹ ਰੱਖੀ ਗਈ ਸੀ। ਦੂਜਾ, ਹਮਲੇ ਤੋਂ ਬਾਅਦ ਸਿੱਖ ਕੌਮ ਦੇ ਜੁਝਾਰੂਆਂ ਵੱਲੋਂ ਸ਼ੁਰੂ ਕੀਤੇ ਗਏ ਹਥਿਆਰਬੰਦ ਸੰਘਰਸ਼ ਦਾ ਨਿਸ਼ਾਨਾ ਸਪਸ਼ਟ ਰੂਪ ਵਿੱਚ ਖਾਲਿਸਤਾਨ ਮਿਥਿਆ ਜਾ ਚੁੱਕਿਆ ਹੈ ਅਤੇ ਇਹ ਸੰਘਰਸ਼ ਖਾਲਿਸਤਾਨ ਦੀ ਸਥਾਪਨਾ ਨਾਲ ਹੀ ਸੰਪੂਰਨ ਹੋਵੇਗਾ। ਤੀਜਾ, ਭਾਰਤੀ ਬਿਪਰਵਾਦੀ ਰਾਜਸੀ ਢਾਂਚੇ ਦੇ ਅੰਦਰ ਤੇ ਇਸ ਦੇ ਅਧੀਨ ਰਹਿ ਕੇ ਸਿੱਖ ਮਸਲੇ ਦਾ ਕੋਈ ਵੀ ਤਸੱਲੀਬਖਸ਼ ਰਾਜਸੀ ਹੱਲ ਸੰਭਵ ਨਹੀਂ ਹੈ। ਚੌਥਾ, ਹਾਸਲ ਹਾਲਤਾਂ ਅੰਦਰ ਖਾਲਿਸਤਾਨ ਦੀ ਪ੍ਰਾਪਤੀ ਹਥਿਆਰਬੰਦ ਸੰਘਰਸ਼ ਦੇ ਜ਼ਰੀਏ ਹੀ ਸੰਭਵ ਹੈ। ਅਤੇ ਪੰਜਵਾਂ, ਇਸ ਨਿਸ਼ਾਨੇ ਦੀ ਪ੍ਰਾਪਤੀ ਲਈ ਸਿੱਖ ਕੌਮ ਨੂੰ ਵੋਟਾਂ ਦੀ ਭਰਮਾਊ ਰਾਜਨੀਤੀ ਤੋਂ ਲਗਾਤਾਰ ਸੁਚੇਤ ਤੇ ਸਾਵਧਾਨ ਰਹਿਣ ਦੀ ਲੋੜ ਹੈ। ਭਾਈ ਜਸਵੰਤ ਸਿੰਘ ਕੋਲ ਕਮਿਊਨਿਸਟ ਲਹਿਰ ਵਿੱਚ ਕੰਮ ਕਰਦਿਆਂ ਗੈਰ ਗੰਭੀਰ ਸਿਧਾਂਤਕ ਅਧਿਐਨ ਦੇ ਨਾਲੋਂ ਨਾਲ ਰਾਜਸੀ ਤੇ ਜਥੇਬੰਦਕ ਕੰਮ ਕਰਨ ਦਾ ਵਡਮੁੱਲਾ ਤਜਰਬਾ ਸੀ। ਵਾਹਿਗੁਰੂ ਨੇ ਉਸ ਨੂੰ ਤੀਖਣ ਬੁੱਧੀ ਦੀ ਦਾਤ ਬਖਸ਼ੀ ਸੀ, ਜਿਸ ਸਦਕਾ ਉਹ ਰਾਜਸੀ ਲਹਿਰਾਂ ਤੇ ਧਾਰਨਾਵਾਂ ਦੇ ਆਰ-ਪਾਰ ਦੇਖ ਸਕਣ ਦੀ ਅੰਤਰਦ੍ਰਿਸ਼ਟੀ ਰੱਖਦਾ ਸੀ। ਉਹ ਸਿੱਖ ਖਾੜਕੂ ਸੰਘਰਸ਼ ਨਾਲ ਨੇੜਿਓਂ ਜੁੜਿਆ ਹੋਇਆ ਸੀ। ਮਾਝੇ ਅੰਦਰ ਸਰਗਰਮ ਲਗਭਗ ਸਾਰੀਆਂ ਹੀ ਖਾੜਕੂ ਜਥੇਬੰਦੀਆਂ ਦੇ ਆਗੂਆਂ ਨਾਲ ਉਸ ਦਾ ਸਿੱਧਾ ਜਾਂ ਅਸਿੱਧਾ ਰਾਬਤਾ ਸੀ, ਜਿਸ ਕਰਕੇ ਉਹ ਖਾੜਕੂ ਜਥੇਬੰਦੀਆਂ ਦੀ ਮੋਹਰੀ ਪਰਤਾਂ ਦੀ ਸਿਧਾਂਤਕ ਤੇ ਰਾਜਸੀ ਸੋਚਣੀ ਅਤੇ ਅਮਲੀ ਕਾਰਜਸ਼ੈਲੀ ਤੋਂ ਚੋਖਾ ਵਾਕਿਫ ਸੀ। ਉਹ ਖਾੜਕੂ ਸਫਾਂ ਦੀ ਆਪਸੀ ਫੁੱਟ ਤੋਂ ਡਾਢਾ ਪਰੇਸ਼ਾਨ ਸੀ ਅਤੇ ਇੱਕੋ ਕਾਜ ਨੂੰ ਪਰਣਾਈਆਂ ਜਥੇਬੰਦੀਆਂ ਵਿਚਕਾਰ ਏਕਤਾ ਤੇ ਸਦਭਾਵਨਾ ਪੈਦਾ ਕਰਨ ਦੀ ਜ਼ੋਰਦਾਰ ਤਾਂਘ ਰੱਖਦਾ ਸੀ। ਇਸ ਦੇ ਨਾਲ ਹੀ ਖਾੜਕੂ ਸਫਾ ਅੰਦਰ ਚੋਣਾਂ ਦੀ ਰਾਜਨੀਤੀ ਤੋਂ ਲੈ ਕੇ ਹੋਰ ਬਹੁਤ ਸਾਰੇ ਅਹਿਮ ਮਸਲਿਆਂ ਬਾਰੇ ਪ੍ਰਗਟ ਹੋ ਰਹੀ ਸਿਧਾਂਤਕ ਅਸਪਸ਼ਟਤਾ ਜਾਂ ਥਿੜਕਣ ਨੂੰ ਵੀ ਉਹ ਬਹੁਤ ਗੰਭੀਰਤਾ ਨਾਲ ਲੈਂਦਾ ਸੀ। ਉਹ ਇਹਨਾਂ ਸਾਰੇ ਮਸਲਿਆਂ ਬਾਰੇ ਖਾੜਕੂ ਸਫਾ ਅੰਦਰ ਉਸਾਰੂ ਬਹਿਸ ਦਾ ਅਮਲ ਚਲਾਉਣਾ ਅਤੇ ਸਹੀ ਵਿਚਾਰਾਂ ਦਾ ਸੰਚਾਰ ਕਰਨਾ ਚਾਹੁੰਦਾ ਸੀ, ਤਾਂ ਜੋ ਲਹਿਰ ਦੀਆਂ ਪ੍ਰਗਟ ਹੋ ਰਹੀਆਂ ਕਮਜ਼ੋਰੀਆਂ ਨੂੰ ਦੂਰ ਕੀਤਾ ਜਾ ਸਕੇ। ਘੋਰ ਤਸ਼ੱਦਦ ਦੇ ਉਸ ਦੌਰ ਅੰਦਰ ਪੰਜਾਬ ਵਿੱਚ ਰਹਿ ਕੇ ਇਹ ਕਾਰਜ ਕਰ ਸਕਣਾ ਉੱਕਾ ਹੀ ਸੰਭਵ ਨਹੀਂ ਸੀ। ਉਸ ਦਾ ਇਹ ਠੀਕ ਜਾਂ ਗਲਤ ਪ੍ਰਭਾਵ ਬਣ ਗਿਆ ਸੀ ਕਿ ਬਹੁਤ ਸਾਰੀਆਂ ਖਾੜਕੂ ਜਥੇਬੰਦੀਆਂ ਨੂੰ ਉਹਨਾਂ ਦੇ ਪੱਛਮੀ ਦੇਸ਼ਾਂ ਵਿੱਚ ਬੈਠੇ ਹਮਾਇਤੀਆਂ ਵੱਲੋਂ ਸਿਧਾਂਤਕ ਸੇਧਾਂ ਮੁਹੱਈਆ ਕੀਤੀਆਂ ਜਾ ਰਹੀਆਂ ਸਨ। ਉਹ ਇੰਗਲੈਂਡ ਜਾ ਕੇ ਇਸ ਵਰਤਾਰੇ ਦਾ ਨੇੜਿਓਂ ਅਨੁਭਵ ਕਰਨਾ ਚਾਹੁੰਦਾ ਸੀ। ਉਸ ਦਾ ਵਿਚਾਰ ਸੀ, ਤਾਕਤ ਜਾਣੀ ਕਿ ਫੋਰਸ ਆਫ ਆਈਡੀਆ ਵਿੱਚ ਗੂੜਾ ਵਿਸ਼ਵਾਸ ਸੀ ਅਤੇ ਉਹ ਖਾੜਕੂ ਲਹਿਰ ਅੰਦਰ ਵਿਚਾਰਾਂ ਦਾ ਪ੍ਰਵਾਹ ਚਲਾਉਣਾ ਚਾਹੁੰਦਾ ਸੀ। ਸੋ ਉਸ ਦੇ ਇੰਗਲੈਂਡ ਜਾਣ ਦੇ ਫੈਸਲੇ ਪਿੱਛੇ ਇੱਕ ਅਹਿਮ ਕਾਰਨ ਇਹ ਵੀ ਜਾਪਦਾ ਹੈ।
ਉਸ ਵੱਲੋਂ ਇੰਗਲੈਂਡ ਰਹਿੰਦਿਆਂ ਕੀਤੀਆਂ ਸਰਗਰਮੀਆਂ ਤੋਂ ਇਸ ਵਿਚਾਰ ਦੀ ਪੁਸ਼ਟੀ ਹੁੰਦੀ ਹੈ। ਸਮਕਾਲੀ ਹਾਲਤ। ਉਸ ਵੇਲੇ ਜੁਝਾਰੂ ਲਹਿਰ ਦੀ ਜਥੇਬੰਦਕ ਸਥਿਤੀ ਇਹ ਸੀ ਕਿ 26 ਜਨਵਰੀ 1986 ਦੇ ਸਰਬੱਤ ਖਾਲਸਾ ਵੱਲੋਂ ਚੁਣੀ ਗਈ 5 ਮੈਂਬਰੀ ਪੰਥਕ ਕਮੇਟੀ ਦੇ 2 ਮੈਂਬਰ ਭਾਈ ਅਰੂੜ ਸਿੰਘ ਤੇ ਭਾਈ ਗੁਰਦੇਵ ਸਿੰਘ ਉਸਮਾਣਵਾਲਾ ਸ਼ਹੀਦ ਹੋ ਚੁੱਕੇ ਸਨ। ਇੱਕ ਮੈਂਬਰ ਧੰਨਾ ਸਿੰਘ ਲਹਿਰ ਤੋਂ ਕਿਨਾਰਾ ਕਰਕੇ ਅਮਰੀਕਾ ਜਾ ਵਸਿਆ ਸੀ। ਸੋ ਅਮਲੀ ਤੌਰ ਤੇ 5 ਮੈਂਬਰੀ ਕਮੇਟੀ ਦੇ ਕੇਵਲ 2 ਮੈਂਬਰ ਬਾਬਾ ਗੁਰਬਚਨ ਸਿੰਘ ਮਾਨੋਚਾਲ ਤੇ ਭਾਈ ਵਸਣ ਸਿੰਘ ਜਫਰਵਾਲ ਹੀ ਸਰਗਰਮ ਸਨ ਅਤੇ ਉਹਨਾਂ ਵਿਚਕਾਰ ਵੀ ਆਪਸੀ ਵਿਸ਼ਵਾਸ ਤੇ ਤਾਲਮੇਲ ਨਹੀਂ ਰਿਹਾ ਸੀ। 4 ਨਵੰਬਰ 1988 ਨੂੰ ਡਾਕਟਰ ਸੋਹਣ ਸਿੰਘ ਦੀ ਅਗਵਾਈ ਹੇਠ ਇੱਕ ਨਵੀਂ ਪੰਥਕ ਕਮੇਟੀ ਬਣ ਗਈ ਸੀ। ਇੰਗਲੈਂਡ ਵਿੱਚ ਉਸ ਵਕਤ ਡਾਕਟਰ ਜਗਜੀਤ ਸਿੰਘ ਚੌਹਾਨ ਦਾ ਧੜਾ ਭਾਈ ਵਸਣ ਸਿੰਘ ਜਫਰਵਾਲ ਦੀ ਖੁੱਲ੍ਹਮ-ਖੁੱਲ੍ਹੀ ਹਮਾਇਤ ਕਰਦਾ ਅਤੇ ਇੰਗਲੈਂਡ ਤੋਂ ਉਸ ਦੇ ਨਾਂ ਉੱਤੇ ਵੱਖ-ਵੱਖ ਮਸਲਿਆਂ ਬਾਰੇ ਨੀਤੀ ਬਿਆਨ ਜਾਰੀ ਕਰਦਾ ਰਹਿੰਦਾ ਸੀ। ਇਸੇ ਤਰ੍ਹਾਂ ਬਾਬਾ ਗੁਰਬਚਨ ਸਿੰਘ ਮਾਨੋਚਾਲ ਤੇ ਨਵੀਂ ਬਣੀ ਪੰਥਕ ਕਮੇਟੀ ਦੇ ਹਮਾਇਤੀਆਂ ਦੇ ਵੱਖੋ-ਵੱਖਰੇ ਧੜੇ ਵੀ ਆਪੋ-ਆਪਣੇ ਤਰੀਕੇ ਨਾਲ ਸਰਗਰਮ ਸਨ। ਭਾਈ ਜਸਵੰਤ ਸਿੰਘ ਦਾ ਉਸ ਵਕਤ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੇ ਧੜੇ ਵੱਲ ਵੱਧ ਝੁਕਾਅ ਸੀ, ਪਰ ਉਸ ਦੇ ਮਨ ਅੰਦਰ ਦੂਸਰਿਆਂ ਪ੍ਰਤੀ ਤਸੱਬ ਤੇ ਤੰਗਦਿਲੀ ਕੋਈ ਨਹੀਂ ਸੀ। ਜੇਕਰ ਉਸ ਨੂੰ ਦੂਸਰੀ ਪੰਥਕ ਕਮੇਟੀ ਦੀ ਕੋਈ ਨੀਤੀ ਚੰਗੀ ਲੱਗੀ ਤਾਂ ਉਸਨੇ ਉਸ ਦੀ ਪ੍ਰਸ਼ੰਸਾ ਕਰਨ ਵਿੱਚ ਝਿਜਕ ਨਹੀਂ ਦਿਖਾਈ ਅਤੇ ਜੇਕਰ ਉਸ ਨੂੰ ਬਾਬਾ ਮਾਨੋਚਾਲ ਦੀ ਚੋਣਾਂ ਬਾਰੇ ਸਮਝ ਤੇ ਨੀਤੀ ਠੀਕ ਨਾ ਲੱਗੀ ਤਾਂ ਉਸਨੇ ਉਸ ਦੀ ਨੁਕਤਾਚੀਨੀ ਕਰਨ ਤੋਂ ਵੀ ਸੰਕੋਚ ਨਹੀਂ ਕੀਤਾ ਸੀ। ਉਸਨੇ ਇੰਗਲੈਂਡ ਪਹੁੰਚਦੇ ਹੀ ਸਲੋ ਵਿਖੇ ਆਪਣੀ ਜਾਣ ਪਛਾਣ ਵਾਲੇ ਕੁਝ ਸਿੰਘਾਂ ਨੂੰ ਇਕੱਠੇ ਕਰਕੇ ਆਪਣੇ ਇੰਗਲੈਂਡ ਆਉਣ ਦੇ 3 ਮਕਸਦ ਦੱਸੇ ਸਨ। ਪਹਿਲਾ, ਦੁਨੀਆ ਨੂੰ ਸਿੱਖਾਂ ਉੱਤੇ ਹੋ ਰਹੇ ਜ਼ੁਲਮਾਂ ਤੋਂ ਜਾਣੂ ਕਰਾਉਣਾ। ਦੂਜਾ, ਜਿਹੜੇ ਸਿੱਖ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਆਰੰਭ ਕੀਤੇ ਜੁਝਾਰੂ ਸੰਘਰਸ਼ ਤੋਂ ਕਿਸੇ ਕਾਰਨ ਪਾਸੇ ਹਨ, ਜਿਨ੍ਹਾਂ ਦੇ ਮਨਾਂ ਅੰਦਰ ਸਿੱਖ ਸੰਘਰਸ਼ ਬਾਰੇ ਕੋਈ ਸ਼ੰਕੇ ਜਾਂ ਸਵਾਲ ਹਨ, ਉਹਨਾਂ ਨੂੰ ਦਲੀਲ ਪੂਰਵਕ ਢੰਗ ਨਾਲ ਸਮਝਾ ਕੇ ਸਿੱਖ ਸੰਘਰਸ਼ ਨਾਲ ਜੋੜਨਾ। ਤੀਜਾ, ਸੰਘਰਸ਼ ਨਾਲ ਜੁੜੇ ਹੋਏ ਸਿੱਖਾਂ ਨੂੰ ਸਿਧਾਂਤਕ ਤੇ ਰਾਜਸੀ ਸੂਝ-ਬੂਝ ਨਾਲ ਲੈਸ ਕਰਨਾ। ਕਮਿਊਨਿਸਟ ਲਹਿਰ ਦੌਰਾਨ ਕਮਾਏ ਅਭਿਆਸ 'ਚੋਂ ਉਸਨੇ ਹਰ ਕਾਰਜ ਨੂੰ ਯੋਜਨਾਬੱਧ ਤਰੀਕੇ ਨਾਲ ਕਰਨ ਦੀ ਜਾਚ ਸਿੱਖੀ ਹੋਈ ਸੀ, ਜਿਸ ਕਰਕੇ ਉਸਨੇ ਸਭ ਤੋਂ ਪਹਿਲਾਂ ਸਲੋ ਵਿਖੇ ਕਿਰਿਆਸ਼ੀਲ ਦਫ਼ਤਰ ਖੋਲ੍ਹਣ ਦਾ ਫੈਸਲਾ ਕੀਤਾ। ਇੱਕ ਸਿੰਘ ਦੇ ਘਰ ਦੇ ਗਾਰਡਨ ਦੇ ਪਿਛਲੇ ਹਿੱਸੇ ਵਿੱਚ ਦਫ਼ਤਰ ਲਈ ਉਚੇਚਾ ਕਮਰਾ ਉਸਾਰਿਆ ਗਿਆ, ਜਿਸ ਦੀਆਂ ਨੀਹਾਂ ਪੁੱਟਣ ਤੋਂ ਲੈ ਕੇ ਸਾਰਾ ਕੰਮ ਜਸਵੰਤ ਸਿੰਘ ਨੇ ਦੂਸਰੇ ਸਿੰਘਾਂ ਨਾਲ ਰਲ ਕੇ ਕੀਤਾ। ਦਿਨਾਂ ਵਿੱਚ ਹੀ ਦਫ਼ਤਰ ਵਿੱਚ ਟੈਲੀਫੋਨ, ਫੈਕਸ ਮਸ਼ੀਨ, ਪ੍ਰਿੰਟਰ ਤੇ ਟਾਈਪਰਾਈਟਰ ਆਦਿ ਸਭ ਕੁਝ ਆ ਗਏ। ਦਫ਼ਤਰ ਚਾਲੂ ਹੁੰਦਿਆਂ ਹੀ ਪੱਛਮੀ ਮੁਲਕਾਂ ਦੀਆਂ ਸਰਕਾਰਾਂ, ਸੰਯੁਕਤ ਰਾਸ਼ਟਰ ਸੰਘ ਜਾਣੀ ਕਿ UNO ਤੇ ਐਮਨਿਸਟੀ ਇੰਟਰਨੈਸ਼ਨਲ ਨਾਲ ਚਿੱਠੀ ਪੱਤਰ ਸ਼ੁਰੂ ਕੀਤਾ। ਜਸਵੰਤ ਸਿੰਘ ਨੇ ਇੰਗਲੈਂਡ ਤੋਂ ਛਪਣ ਵਾਲੇ ਹਫ਼ਤਾਵਾਰੀ ਪਰਚਿਆਂ ਅੰਦਰ ਰਾਜਸੀ ਲੇਖ ਲਿਖਣੇ ਸ਼ੁਰੂ ਕਰ ਦਿੱਤੇ। ਖਾੜਕੂ ਸੰਘਰਸ਼ ਨਾਲ ਜੁੜੇ ਹੋਏ ਸਿਧਾਂਤਕ ਤੇ ਰਾਜਸੀ ਮੁੱਦਿਆਂ ਬਾਰੇ ਸਹੀ ਦ੍ਰਿਸ਼ਟੀਕੋਣ ਦੀ ਪੇਸ਼ਕਾਰੀ ਦੀ ਲੋੜ ਨੂੰ ਮੁੱਖ ਰੱਖਦਿਆਂ ਹੋਇਆਂ ਜਸਵੰਤ ਸਿੰਘ ਨੇ ਬਾਬਾ ਗੁਰਬਚਨ ਸਿੰਘ ਮਾਨੋਚਾਲ ਨਾਲ ਜੁੜੇ ਹੋਏ ਸਿੰਘਾਂ ਦੇ ਸਹਿਯੋਗ ਨਾਲ ਇੱਕ ਉਚੇਚਾ ਅਰਸਾਵਾਰ ਪਰਚਾ ਲਿਬਰੇਸ਼ਨ ਖਾਲਿਸਤਾਨ ਦੇ ਨਾਂ ਹੇਠ ਛਾਪਣਾ ਆਰੰਭ ਕੀਤਾ। ਭਾਈ ਜਸਵੰਤ ਸਿੰਘ ਨੇ ਇਸ ਪਰਚੇ ਵਿੱਚ ਉਸ ਵੇਲੇ ਸਿੱਖ ਸੰਘਰਸ਼ ਨਾਲ ਜੁੜਵੇਂ ਕੁਝ ਮਹੱਤਵਪੂਰਨ ਮਸਲਿਆਂ ਬਾਰੇ ਅਨੇਕਾਂ ਲੇਖ ਲਿਖੇ, ਜਿਨ੍ਹਾਂ ਤੋਂ ਉਸ ਦੀ ਸਿਧਾਂਤਕ ਪ੍ਰਤਿਭਾ ਦੀ ਗੂੜ੍ਹੀ ਪੁਸ਼ਟੀ ਹੁੰਦੀ ਹੈ। ਪ੍ਰਮਾਣ ਲਈ ਅੱਗੇ ਤੁਹਾਨੂੰ ਇਹ ਲੇਖ ਸੁਣਨ ਨੂੰ ਮਿਲਣਗੇ। ਭਾਈ ਜਸਵੰਤ ਸਿੰਘ ਦੀਆਂ ਸਰਗਰਮੀਆਂ ਨੇ ਇੰਗਲੈਂਡ ਦੀ ਸਿੱਖ ਸਿਆਸਤ ਅੰਦਰ ਹਿਲਜੁਲ ਪੈਦਾ ਕਰ ਦਿੱਤੀ ਸੀ। ਉਸ ਕੋਲ ਵੱਖ-ਵੱਖ ਧੜਿਆਂ ਦੇ ਲੀਡਰ ਆਉਣ ਲੱਗ ਪਏ ਸਨ ਅਤੇ ਲਗਭਗ ਹਰ ਧੜੇ ਨੇ ਉਸ ਨੂੰ ਆਪਣੇ ਨਾਲ ਜੋੜਨ ਲਈ ਕੋਸ਼ਿਸ਼ ਕੀਤੀ ਸੀ, ਪਰ ਉਸ ਦਾ ਹਰ ਇੱਕ ਨੂੰ ਇਹੀ ਜਵਾਬ ਸੀ ਕਿ ਮੈਂ ਧੜਿਆਂ ਨੂੰ ਮਜ਼ਬੂਤ ਨਹੀਂ ਕਰਨਾ ਚਾਹੁੰਦਾ, ਕੌਮੀ ਹਿੱਤਾਂ ਲਈ ਇਹਨਾਂ ਨੂੰ ਖਤਮ ਕਰਨਾ ਚਾਹੁੰਦਾ, ਜਿਸ ਕਰਕੇ ਜਿੰਨਾ ਚਿਰ ਧੜੇ ਖਤਮ ਨਹੀਂ ਹੋ ਜਾਂਦੇ ਓਨਾ ਚਿਰ ਮੈਂ ਇਕੱਲਾ ਰਹਿ ਕੇ ਹੀ ਪੰਥ ਦੀ ਸੇਵਾ ਕਰਨੀ ਪਸੰਦ ਕਰਾਂਗਾ। ਚਿਰਾਂ ਤੋਂ ਚੌਧਰੀ ਬਣੇ ਬੈਠੇ ਕੁਝ ਵਿਅਕਤੀਆਂ ਨੂੰ ਜਦ ਆਪਣੀ ਚੌਧਰ ਖੁੱਸਣ ਦਾ ਖਤਰਾ ਦਿਖਾਈ ਦੇਣ ਲੱਗਾ ਤਾਂ ਉਹਨਾਂ ਨੇ ਇਹ ਪ੍ਰਚਾਰ ਵੀ ਕੀਤਾ ਕਿ ਇਹ ਬੰਦਾ ਭਾਰਤ ਦੀ ਸਰਕਾਰ ਨੇ ਭੇਜਿਆ। ਪਰ ਭਾਈ ਜਸਵੰਤ ਸਿੰਘ ਅਡੋਲਤਾ ਨਾਲ ਆਪਣੇ ਕੰਮ ਵਿੱਚ ਜੁਟਿਆ ਰਿਹਾ
ਅਤੇ ਅਜਿਹੀ ਨਾਕਸ ਸੋਚ ਦਾ ਸਿਧਾਂਤਕ ਦਲੀਲਾਂ ਤੇ ਆਪਣੇ ਅਮਲਾਂ ਨਾਲ ਪਰਦਾਫਾਸ਼ ਕਰਦਾ ਰਿਹਾ। ਉਸ ਵੇਲੇ ਇੰਗਲੈਂਡ ਵਿੱਚ ਸਿਆਸੀ ਪਨਾਹ ਲੈ ਕੇ ਰਹਿ ਰਹੇ ਇੱਕ ਖਾੜਕੂ ਸਿੰਘ ਭਾਈ ਕਰਮਜੀਤ ਸਿੰਘ ਚਾਹਲ ਨੂੰ ਬਰਤਾਨਵੀ ਸਰਕਾਰ ਨੇ ਨੈਸ਼ਨਲ ਸਿਕਿਉਰਿਟੀ ਐਕਟ ਅਧੀਨ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ। ਸਿੱਖ ਭਾਈਚਾਰੇ ਨੇ ਉਸ ਦੀ ਰਿਹਾਈ ਲਈ ਸਰਕਾਰ ਉੱਤੇ ਦਬਾਅ ਪਾਉਣ ਵਾਸਤੇ ਦਸਖਤੀ ਮੁਹਿੰਮ ਚਲਾਈ, ਜਿਸ ਵਿੱਚ ਜਸਵੰਤ ਸਿੰਘ ਨੇ ਬਹੁਤ ਸਰਗਰਮ ਰੋਲ ਅਦਾ ਕੀਤਾ ਸੀ। ਸਿੱਖ ਭਾਈਚਾਰੇ ਨੂੰ ਜਾਗਰੂਕ ਕਰਨ ਲਈ ਇੱਕ ਪੋਸਟ ਕਾਰਡ ਉਸ ਦੀ ਫੋਟੋ ਸਮੇਤ ਛਾਪ ਕੇ ਵਸੀਹ ਪੈਮਾਨੇ ਤੇ ਵੰਡਿਆ ਗਿਆ ਸੀ। 1992 ਦੇ ਸ਼ੁਰੂ ਵਿੱਚ ਕਾਮਨਵੈਲਥ ਦੇਸ਼ਾਂ ਦੇ ਮੁਖੀਆਂ ਦੀ ਹਰ 2 ਸਾਲਾਂ ਬਾਅਦ ਹੋਣ ਵਾਲੀ 5 ਰੋਜ਼ਾ ਕਾਨਫਰੰਸ ਜਾਣੀ ਕਿ ਹਰੇਅਰ ਸਮਿਟ ਹੋਈ, ਜਿਸ ਦੌਰਾਨ ਭਾਈ ਜਸਵੰਤ ਸਿੰਘ ਦੀ ਪਹਿਲ ਕਦਮੀ ਸਦਕਾ ਸਾਰੇ ਦੇਸ਼ਾਂ ਦੇ ਮੁਖੀਆਂ ਨੂੰ ਭਾਰਤ ਅੰਦਰ ਸਿੱਖਾਂ ਉੱਤੇ ਹੋ ਰਹੇ ਜ਼ੁਲਮਾਂ ਨੂੰ ਬੰਦ ਕਰਾਉਣ ਲਈ ਮੰਗ ਪੱਤਰ ਭੇਜੇ ਗਏ ਸਨ। ਯੂਕੇ ਦੇ ਮੀਡੀਆ ਦਾ ਧਿਆਨ ਸਿੱਖ ਮੰਗਾਂ ਵੱਲ ਖਿੱਚਣ ਦੇ ਮੰਤਵ ਨਾਲ ਜਸਵੰਤ ਸਿੰਘ ਨੇ 4 ਹੋਰ ਸਿੰਘਾਂ ਨਾਲ ਰਲ ਕੇ ਸਲੋ ਵਿਖੇ 5 ਦਿਨਾਂ ਜਿੰਨੇ ਦਿਨ ਕਾਨਫਰੰਸ ਚੱਲੀ ਭੁੱਖ ਹੜਤਾਲ ਰੱਖੀ ਸੀ। 1992 ਵਿੱਚ ਬਰਤਾਨਵੀ ਪਾਰਲੀਮੈਂਟ ਦੀਆਂ ਚੋਣਾਂ ਦੌਰਾਨ ਭਾਈ ਜਸਵੰਤ ਸਿੰਘ ਨੇ ਭਾਰਤੀ ਰਾਜ ਵੱਲੋਂ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਨੂੰ ਕੁਚਲਣ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਭਾਰਿਆ ਸੀ। ਸਿਆਸੀ ਪਨਾਹ ਲਈ ਦਰਖਾਸਤ। ਭਾਈ ਜਸਵੰਤ ਸਿੰਘ ਇੰਗਲੈਂਡ ਵਿਜ਼ਿਟਰ ਵੀਜ਼ੇ ਤੇ ਪਹੁੰਚਿਆ ਸੀ। ਇਮੀਗ੍ਰੇਸ਼ਨ ਕਾਨੂੰਨ ਮੁਤਾਬਕ ਉਹ ਇੰਗਲੈਂਡ ਵਿੱਚ 6 ਮਹੀਨਿਆਂ ਤੋਂ ਵੱਧ ਸਮਾਂ ਨਹੀਂ ਠਹਿਰ ਸਕਦਾ ਸੀ, ਪਰ ਉਹ ਜਿਹੜੇ ਕਾਰਜਾਂ ਲਈ ਇੰਗਲੈਂਡ ਪਹੁੰਚਿਆ ਸੀ ਉਹਨਾਂ ਵਾਸਤੇ ਉਸ ਨੂੰ ਵੱਧ ਸਮਾਂ ਚਾਹੀਦਾ ਸੀ, ਜਿਸ ਕਰਕੇ ਇੰਗਲੈਂਡ ਵਿੱਚ ਲੰਮਾ ਸਮਾਂ ਰਹਿਣ ਵਾਸਤੇ ਉਸ ਲਈ ਸਿਆਸੀ ਪਨਾਹ ਲੈਣੀ ਜ਼ਰੂਰੀ ਬਣ ਗਈ ਸੀ। ਇਸ ਵਾਸਤੇ ਉਸਨੇ ਦਸੰਬਰ 1991 ਵਿੱਚ ਸਬੰਧਤ ਮਹਿਕਮੇ ਨੂੰ ਦਰਖਾਸਤ ਭੇਜ ਦਿੱਤੀ ਸੀ। ਬਰਤਾਨੀਆ ਸਰਕਾਰ ਦੇ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਡਿਪਾਰਟਮੈਂਟ ਨੇ 6 ਜਨਵਰੀ 1992 ਨੂੰ ਜਸਵੰਤ ਸਿੰਘ ਨੂੰ ਮੋੜਵੀਂ ਚਿੱਠੀ ਰਾਹੀਂ ਉਸ ਦੀ ਦਰਖਾਸਤ ਮਿਲ ਜਾਣ ਦੀ ਤਸਦੀਕ ਕਰ ਦਿੱਤੀ ਸੀ। ਸਿਆਸੀ ਪਨਾਹ ਲਈ ਲਿਖੀ ਚਿੱਠੀ ਵਿੱਚ ਜਸਵੰਤ ਸਿੰਘ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਸੀ ਕਿ ਉਹ ਆਰਜ਼ੀ ਸਮੇਂ ਲਈ ਅਸਥਾਈ ਤੌਰ ਤੇ ਪਨਾਹ ਦੀ ਮੰਗ ਕਰਦਾ ਹੈ ਅਤੇ ਉਸ ਦਾ ਇੰਗਲੈਂਡ ਵਿੱਚ ਪੱਕਾ ਵਸੇਬਾ ਕਰਨ ਦਾ ਕੋਈ ਇਰਾਦਾ ਨਹੀਂ ਹੈ, ਕਿਉਂਕਿ ਮੇਰਾ ਆਪਣਾ ਜਨਮ ਭੂਮੀ ਤੇ ਆਪਣੇ ਲੋਕਾਂ ਨਾਲ ਅੰਤਾਂ ਦਾ ਸਨੇਹ ਹੈ। ਮੈਂ ਆਪਣੀ ਧਰਤੀ ਤੇ ਆਪਣੇ ਲੋਕਾਂ ਕੋਲੋਂ ਜ਼ਿਆਦਾ ਚਿਰ ਦੂਰ ਨਹੀਂ ਰਹਿਣਾ ਚਾਹੁੰਦਾ। ਇਸ ਵੇਲੇ ਸਿਆਸੀ ਪਨਾਹ ਲੈਣੀ ਮੇਰੀ ਮਜਬੂਰੀ ਬਣੀ ਹੋਈ ਹੈ, ਕਿਉਂਕਿ ਭਾਰਤੀ ਰਾਜ ਦੀਆਂ ਹਥਿਆਰਬੰਦ ਫੋਰਸਾਂ ਨੇ ਮੇਰਾ ਪੰਜਾਬ ਵਿੱਚ ਰਹਿਣਾ ਦੁੱਭਰ ਕਰ ਦਿੱਤਾ ਹੈ। ਇਸ ਕਰਕੇ ਜਿਉਂ ਹੀ ਉੱਥੇ ਹਾਲਾਤ ਥੋੜੇ ਸੁਖਾਵੇਂ ਹੋ ਜਾਣਗੇ, ਮੈਂ ਉਸੇ ਘੜੀ ਆਪਣੇ ਵਤਨ ਪੰਜਾਬ ਪਰਤ ਜਾਵਾਂਗਾ। ਉਸ ਤੋਂ ਪਹਿਲਾਂ ਭਾਈ ਜਸਵੰਤ ਸਿੰਘ ਨੇ 15 ਜੁਲਾਈ 1991 ਨੂੰ ਭਾਰਤੀ ਰਾਸ਼ਟਰਪਤੀ ਨੂੰ ਚਿੱਠੀ ਭੇਜ ਕੇ ਆਪਣੀ ਭਾਰਤੀ ਨਾਗਰਿਕਤਾ ਤਿਆਗ ਦੇਣ ਦਾ ਐਲਾਨ ਕਰ ਦਿੱਤਾ ਸੀ। ਉਸਨੇ ਭਾਰਤੀ ਰਾਸ਼ਟਰਪਤੀ ਨੂੰ ਲਿਖਿਆ ਸੀ, ਮੈਂ ਜਸਵੰਤ ਸਿੰਘ, ਸਪੁੱਤਰ ਸਰਦਾਰ ਕਰਤਾਰ ਸਿੰਘ, ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਖਾਲੜਾ ਪਿੰਡ ਦਾ ਸਾਬਕਾ ਵਸਨੀਕ, ਆਪਣੇ ਆਪ ਨੂੰ ਬੇਵਤਨਾ ਜਾਣੀ ਕਿ ਸਟੇਟਲੈਸ ਐਲਾਨ ਕਰਦਾ ਅਤੇ ਅੱਜ ਤੋਂ ਬਾਅਦ ਮੈਨੂੰ ਭਾਰਤੀ ਨਾਗਰਿਕ ਨਾ ਸਮਝਿਆ ਜਾਵੇ, ਕਿਉਂਕਿ ਭਾਰਤੀ ਰਾਜ ਨੇ ਮੇਰੀ ਜਾਨ ਦੀ ਰੱਖਿਆ ਕਰਨ ਦੀ ਬਜਾਏ ਮੇਰੀ ਜਾਨ ਲਈ ਖਤਰਾ ਪੈਦਾ ਕਰ ਦਿੱਤਾ ਹੈ ਅਤੇ ਮੇਰੇ ਸਰਬ ਵਿਆਪੀ ਮਨੁੱਖੀ ਅਧਿਕਾਰਾਂ ਜਿਵੇਂ ਕਿ ਜਿਉਣ, ਜਾਇਦਾਦ ਰੱਖਣ ਤੇ ਮਨਮਰਜ਼ੀ ਦੀ ਰਾਏ ਰੱਖਣ ਦਾ ਅਧਿਕਾਰ, ਵਿਚਾਰਾਂ ਦੀ ਆਜ਼ਾਦੀ, ਜ਼ਮੀਰ ਦੀ ਖੁੱਲ੍ਹ ਤੇ ਧਰਮ ਦੀ ਸੁਤੰਤਰਤਾ ਅਤੇ ਦੇਸ਼ ਨੂੰ ਛੱਡ ਕੇ ਜਾਣ ਦੀ ਖੁੱਲ੍ਹ ਆਦਿ ਹੱਕਾਂ ਦੇ ਲਈ ਖਤਰਾ ਖੜਾ ਕਰ ਦਿੱਤਾ ਹੈ। ਮੈਂ ਜਦੋਂ ਇਹਨਾਂ ਵਧੀਕੀਆਂ ਦਾ ਵਿਰੋਧ ਕੀਤਾ ਤਾਂ ਤੁਹਾਡੀ ਪੁਲਿਸ ਨੇ ਮੈਨੂੰ ਗ੍ਰਿਫਤਾਰ ਕਰਕੇ ਤਸੀਹੇ ਦਿੱਤੇ, ਪਰ ਪੁਲਿਸ ਅਦਾਲਤ ਵਿੱਚ ਮੈਨੂੰ ਦੋਸ਼ੀ ਸਾਬਤ ਨਾ ਕਰ ਸਕੀ। ਤੁਸੀਂ ਮੈਨੂੰ ਪਾਸਪੋਰਟ, ਜਿਹੜਾ ਨਾਗਰਿਕਤਾ ਦਾ ਸਬੂਤ ਸਮਝਿਆ ਜਾਂਦਾ ਹੈ, ਦੇਣ ਤੋਂ ਇਨਕਾਰ ਕੀਤਾ, ਭਾਵੇਂ ਕਿ ਬਾਅਦ ਵਿੱਚ ਪੰਜਾਬ ਤੇ ਹਰਿਆਣੇ ਦੀ ਹਾਈ ਕੋਰਟ ਨੇ ਕੇਵਲ ਤਕਨੀਕੀ ਆਧਾਰ ਤੇ ਪਾਸਪੋਰਟ ਲੈਣ ਵਿੱਚ ਮੇਰੀ ਸਹਾਇਤਾ ਕੀਤੀ ਸੀ। ਹੁਣ ਮੈਨੂੰ ਪਤਾ ਲੱਗਿਆ ਕਿ ਤੁਹਾਡੀ ਪੁਲਿਸ ਨੇ ਮੈਨੂੰ ਵਾਪਸ ਮੁੜਨ ਤੇ ਜਿਸਮਾਨੀ ਤੌਰ ਤੇ ਖਤਮ ਕਰਨ ਦੀ ਸਾਜ਼ਿਸ਼ ਰਚੀ ਹੈ ਅਤੇ ਉਹਨਾਂ ਨੇ ਭਾਰਤੀ ਪ੍ਰੈਸ ਵਿੱਚ ਇਹ ਝੂਠੀ ਰਿਪੋਰਟ ਛਾਪੀ ਹੈ ਕਿ ਮੈਂ ਇੱਥੇ ਆਜ਼ਾਦ ਖਾਲਿਸਤਾਨ ਲਈ ਲੜ ਰਹੀ ਪੰਥਕ ਕਮੇਟੀ ਦੇ ਕਿਸੇ ਗੁਪਤ ਮਿਸ਼ਨ ਤਹਿਤ ਆਇਆ।
ਮੇਰਾ ਰਿਕਾਰਡ ਦੱਸਦਾ ਹੈ ਕਿ ਮੈਂ ਤੁਹਾਡੇ ਗੈਰ ਜਮਹੂਰੀ ਰਾਜ ਵਿਰੁੱਧ ਲੜ ਰਿਹਾ। ਇੱਕ ਜਮਹੂਰੀ ਸਿੱਖ ਕਾਰਕੁਨ ਹਾਂ, ਪਰ ਤੁਹਾਡੀ ਸਟੇਟ ਦਾ ਰਿਕਾਰਡ ਦਰਸਾਉਂਦਾ ਹੈ ਕਿ ਤੁਹਾਡੀ ਪੁਲਿਸ ਨੇ ਹਰ ਵਿਰੋਧੀ ਰਾਜਸੀ ਵਰਕਰ ਨੂੰ ਅੱਤਵਾਦੀ ਐਲਾਨ ਕੇ ਮਾਰ ਮੁਕਾਇਆ ਹੈ। ਮੈਂ ਸ਼ਾਂਤੀਪੂਰਨ ਮਨੁੱਖੀ ਜੀਵਨ ਜਿਉਣਾ ਚਾਹੁੰਦਾ, ਜਿਹੜਾ ਕਿ ਇਸ ਵੇਲੇ ਮੇਰੇ ਵਰਗੇ ਵਿਅਕਤੀ ਲਈ ਭਾਰਤ ਅੰਦਰ ਅਸੰਭਵ ਬਣ ਗਿਆ ਹੈ। ਮੈਂ ਉਸ ਦੇਸ਼ ਦਾ ਨਾਗਰਿਕ ਹੋਣ ਦਾ ਦਾਅਵਾ ਨਹੀਂ ਕਰ ਸਕਦਾ ਜਿਸ ਨੇ ਮੇਰੇ ਹਜ਼ਾਰਾਂ ਹੀ ਸਿੱਖ ਭਾਈਆਂ ਦੀਆਂ ਜਾਨਾਂ ਲੈ ਲਈਆਂ ਨੇ, ਅਤੇ ਹੁਣ ਉਹ ਦੇਸ਼ ਹੱਥ ਧੋ ਕੇ ਮੇਰੀ ਜਾਨ ਦੇ ਪਿੱਛੇ ਪਿਆ ਹੋਇਆ ਹੈ। ਮੈਂ ਭਾਰਤ ਦੇ ਅੰਮ੍ਰਿਤਸਰ ਸੈਂਟਰਲ ਕੋਆਪਰੇਟਿਵ ਬੈਂਕ ਦੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮੈਂ ਆਪਣੇ ਆਪ ਨੂੰ ਇੱਕ ਬੇਵਤਨਾ ਵਿਅਕਤੀ ਐਲਾਨਦਾ ਹਾਂ। ਕਿਰਪਾ ਕਰਕੇ ਮੈਨੂੰ ਭਾਰਤੀ ਨਾ ਸਮਝਿਆ ਜਾਵੇ। ਜਸਵੰਤ ਸਿੰਘ। ਇਸ ਤੋਂ ਪਹਿਲਾਂ ਭਾਈ ਜਸਵੰਤ ਸਿੰਘ ਨੇ 26 ਜੂਨ 1991 ਨੂੰ ਸੰਯੁਕਤ ਰਾਸ਼ਟਰ ਦੇ ਰਿਫਿਊਜੀਆਂ ਬਾਰੇ ਜਨੇਵਾ ਅੰਦਰਲੇ ਹਾਈ ਕਮਿਸ਼ਨਰ ਨੂੰ ਲਿਖੀ ਚਿੱਠੀ ਵਿੱਚ ਹੇਠ ਲਿਖੇ ਤੱਥ ਦਰਜ ਕੀਤੇ ਸਨ। ਪਹਿਲਾ, ਮੈਨੂੰ ਰਾਜਸੀ ਆਧਾਰ ਤੇ ਪੁਲਿਸ ਵੱਲੋਂ ਤਕਰੀਬਨ 10 ਵਾਰ ਗ੍ਰਿਫਤਾਰ ਕੀਤਾ ਗਿਆ। 5 ਵਾਰੀ ਤਾਂ ਪੁਲਿਸ ਨੇ ਅਦਾਲਤੀ ਕਾਰਵਾਈ ਦੀ ਰਸਮ ਪੂਰੀ ਕਰਨ ਦੀ ਵੀ ਲੋੜ ਨਾ ਸਮਝੀ। 5 ਵਾਰੀ ਮੈਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਪਰ ਪੁਲਿਸ ਕਿਸੇ ਵਾਰੀ ਵੀ ਮੇਰੇ ਉੱਤੇ ਲਾਏ ਦੋਸ਼ ਸਾਬਤ ਨਾ ਕਰ ਸਕੀ। ਦੂਜਾ, ਮੈਂ ਸ਼ਰਧਾਵਾਨ ਸਿੱਖ ਹੋਣ ਦੇ ਨਾਤੇ ਬਕਾਇਦਗੀ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਨੂੰ ਜਾਂਦਾ, ਪਰ ਇੰਡੀਆ ਦੀ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਨੇ ਦਰਬਾਰ ਸਾਹਿਬ ਨੂੰ ਘੇਰਾ ਪਾਇਆ ਹੋਇਆ ਹੈ ਅਤੇ ਉੱਥੇ ਜਾਣ ਵਾਲੇ ਹਰ ਸਿੱਖ ਸ਼ਰਧਾਲੂ ਨੂੰ ਜ਼ਲੀਲ ਕੀਤਾ ਜਾਂਦਾ ਹੈ। ਜਦੋਂ ਮੈਂ ਹੋਰਨਾਂ ਨਾਲ ਰਲ ਕੇ ਇਸ ਦਾ ਵਿਰੋਧ ਕੀਤਾ ਤਾਂ ਮੈਨੂੰ 2 ਮੌਕਿਆਂ ਤੇ, ਪਹਿਲਾਂ 1999 ਵਿੱਚ ਤੇ ਫਿਰ ਜੂਨ 1990 ਵਿੱਚ ਦਰਬਾਰ ਸਾਹਿਬ ਦੇ ਬਾਹਰੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਮੈਂ ਮਨੁੱਖੀ ਅਧਿਕਾਰਾਂ ਦਾ ਕਾਰਕੁਨ ਹੋਣ ਦੇ ਨਾਤੇ ਜਦੋਂ ਵੀ ਹੋਰਨਾਂ ਨਾਲ ਰਲ ਕੇ ਪੁਲਿਸ ਦੀਆਂ ਜ਼ਿਆਦਤੀਆਂ ਦਾ ਵਿਰੋਧ ਕੀਤਾ ਤਾਂ ਪੁਲਿਸ ਨੇ ਮੈਨੂੰ ਗ੍ਰਿਫਤਾਰ ਕਰਕੇ ਤਸੀਹੇ ਦਿੱਤੇ। ਤੀਜਾ, 1988 ਵਿੱਚ ਜਦੋਂ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਨੇ ਬ੍ਰਹਮਪੁਰਾ ਨਾਂ ਦੇ ਪਿੰਡ, ਜਿਹੜਾ ਸਰਹਾਲੀ ਥਾਣੇ ਵਿੱਚ ਪੈਂਦਾ ਹੈ, ਉੱਤੇ ਧਾਵਾ ਬੋਲਿਆ ਤੇ ਪਿੰਡ ਵਿੱਚ ਹਨੇਰਗਰਦੀ ਮਚਾਈ, ਖਾਸ ਤੌਰ ਤੇ ਸਿੱਖ ਔਰਤਾਂ ਨਾਲ ਬਦਸਲੂਕੀ ਕੀਤੀ, ਤਾਂ ਅਸੀਂ ਇਕੱਠੇ ਹੋ ਕੇ ਇਸ ਖਿਲਾਫ ਰੋਸ ਪ੍ਰਗਟਾਇਆ ਅਤੇ ਸੁਰੱਖਿਆ ਫੋਰਸਾਂ ਦੇ ਕਰਮਚਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਆਪਣੀ ਜਾਇਜ਼ ਮੰਗ ਮਨਵਾਉਣ ਲਈ ਅਸੀਂ ਸ਼ਾਂਤਮਈ ਢੰਗ ਨਾਲ ਭੁੱਖ ਹੜਤਾਲ ਤੇ ਬੈਠ ਗਏ, ਪਰ ਦੋਸ਼ੀ ਪੁਲਿਸ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਪੁਲਿਸ ਨੇ ਉਲਟਾ ਸਾਨੂੰ ਹੀ ਗ੍ਰਿਫਤਾਰ ਕਰ ਲਿਆ ਸੀ। ਮੈਨੂੰ ਗ੍ਰਿਫਤਾਰ ਕਰਕੇ ਤਰਨਤਾਰਨ ਦੇ ਥਾਣੇ ਵਿੱਚ ਲਿਜਾ ਕੇ 4 ਦਿਨ ਮੇਰੇ ਉੱਤੇ ਭਾਰੀ ਤਸ਼ੱਦਦ ਕੀਤਾ ਜਾਂਦਾ ਰਿਹਾ। ਅੰਤ ਵਿੱਚ ਮੇਰੇ ਉੱਤੇ ਝੂਠੇ ਦੋਸ਼ ਮੜ ਕੇ ਮੈਨੂੰ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਚੌਥਾ, ਮਈ 1988 ਵਿੱਚ ਜਦੋਂ ਇੰਡੀਅਨ ਸਟੇਟ ਨੇ ਦਰਬਾਰ ਸਾਹਿਬ ਉੱਤੇ ਦੂਜੀ ਵਾਰ ਹਮਲਾ ਕੀਤਾ, ਜਿਹਨੂੰ ਆਪਰੇਸ਼ਨ ਬਲੈਕ ਥੰਡਰ ਦਾ ਨਾਂ ਦਿੱਤਾ ਗਿਆ ਸੀ, ਤਾਂ ਅਸੀਂ ਇਸ ਦਾ ਸ਼ਾਂਤਮਈ ਤਰੀਕੇ ਨਾਲ ਵਿਰੋਧ ਕੀਤਾ ਸੀ ਅਤੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਸੀ ਕਿ ਸਾਡੇ ਪਵਿੱਤਰ ਧਰਮ ਸਥਾਨ ਉੱਤੇ ਗੋਲੀਬਾਰੀ ਨਾ ਕੀਤੀ ਜਾਵੇ। ਉਸ ਵੇਲੇ ਫਿਰ ਮੈਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਲੁਧਿਆਣੇ ਦੀ ਕੇਂਦਰੀ ਜੇਲ੍ਹ ਵਿੱਚ ਕੈਦ ਕਰ ਦਿੱਤਾ ਗਿਆ ਸੀ। ਪੰਜਵਾਂ, ਪੰਜਾਬ ਅੰਦਰ ਇਸ ਵੇਲੇ ਅਨੇਕਾਂ ਤਸੀਹਾ ਕੇਂਦਰ ਚੱਲ ਰਹੇ ਨੇ, ਜਿੱਥੇ ਸੈਂਕੜੇ ਸਿੱਖ ਨੌਜਵਾਨ ਗੈਰ ਕਾਨੂੰਨੀ ਤੌਰ ਤੇ ਰੱਖੇ ਹੋਏ ਨੇ। ਅਸੀਂ ਭਾਰਤ ਸਰਕਾਰ ਦੇ ਇਸ ਗੈਰ ਜਮਹੂਰੀ ਤੇ ਅਣਮਨੁੱਖੀ ਕਰਮ ਵਿਰੁੱਧ ਰੋਸ ਪ੍ਰਗਟ ਕੀਤਾ ਅਤੇ ਇਸ ਪ੍ਰਥਾਏ 1999 ਵਿੱਚ ਅੰਮ੍ਰਿਤਸਰ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕਰਨ ਦਾ ਯਤਨ ਕੀਤਾ, ਪਰ ਮੈਨੂੰ ਜਸਟਿਸ ਅਜੀਤ ਸਿੰਘ ਬੈਂਸ ਸਮੇਤ ਗ੍ਰਿਫਤਾਰ ਕਰਕੇ ਪੁਲਿਸ ਥਾਣੇ ਵਿੱਚ ਬੰਦ ਕਰ ਦਿੱਤਾ ਗਿਆ ਸੀ। 6ਵਾਂ, 6 ਜੂਨ 1990 ਨੂੰ ਅਸੀਂ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਫੰਕਸ਼ਨ ਕਰਨ ਲਈ ਅੰਦਰ ਜਾਣ ਲੱਗੇ ਤਾਂ ਦਰਵਾਜ਼ੇ ਉੱਤੇ ਤਾਇਨਾਤ ਕੀਤੀ ਪੁਲਿਸ ਨੇ ਸਾਨੂੰ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਭੇਜ ਦਿੱਤਾ ਸੀ। 7ਵਾਂ, 11 ਅਗਸਤ 1990 ਨੂੰ ਅਮਰੀਕਾ ਦਾ ਰਾਜਦੂਤ ਸਿੱਖ ਸਮੱਸਿਆ ਨੂੰ ਸਮਝਣ ਦੇ ਇਰਾਦੇ ਨਾਲ ਅੰਮ੍ਰਿਤਸਰ ਆਇਆ ਸੀ, ਪਰ ਉਸ ਦਿਨ ਮੈਨੂੰ ਮੇਰੇ 20 ਕੁ ਸਾਥੀਆਂ ਸਮੇਤ ਦਿਨ ਚੜ੍ਹਨ ਤੋਂ ਪਹਿਲਾਂ ਹੀ ਘਰਾਂ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਸਰਕਾਰ ਨੂੰ ਡਰ ਸੀ ਕਿ ਅਸੀਂ ਅਮਰੀਕੀ ਰਾਜਦੂਤ ਨੂੰ ਮਿਲ ਕੇ ਸਰਕਾਰੀ ਸੁਰੱਖਿਆ ਫੋਰਸਾਂ ਵੱਲੋਂ ਸਿੱਖਾਂ ਉੱਤੇ ਢਾਏ ਜਾ ਰਹੇ ਜ਼ੁਲਮਾਂ ਦੀ ਦਾਸਤਾਂ ਬਿਆਨ ਕਰਾਂਗੇ।
ਮੈਨੂੰ ਪੁਲਿਸ ਅਫਸਰ ਕਈ ਵਾਰ ਧਮਕੀਆਂ ਦੇ ਚੁੱਕੇ ਨੇ ਕਿ ਜੇਕਰ ਮੈਂ ਸਿੱਖਾਂ ਦੀਆਂ ਮੰਗਾਂ ਤੇ ਝੂਠੇ ਪੁਲਿਸ ਮੁਕਾਬਲਿਆਂ ਬਾਰੇ ਆਪਣਾ ਮੂੰਹ ਬੰਦ ਨਾ ਕੀਤਾ ਤਾਂ ਉਹ ਮੈਨੂੰ ਵੀ ਝੂਠੇ ਮੁਕਾਬਲੇ ਵਿੱਚ ਖਤਮ ਕਰ ਦੇਣਗੇ। UNO ਦੀ ਰਿਫਿਊਜੀ ਹਾਈ ਕਮਿਸ਼ਨਰ ਨੇ 19 ਅਗਸਤ 1991 ਨੂੰ ਜਸਵੰਤ ਸਿੰਘ ਨੂੰ ਮੋੜਵੇਂ ਪੱਤਰ ਰਾਹੀਂ ਉਪਰੋਕਤ ਪੱਤਰ ਮਿਲ ਜਾਣ ਦੀ ਤਸਦੀਕ ਕਰ ਦਿੱਤੀ ਸੀ। ਅੰਤ ਵਿੱਚ ਬਰਤਾਨਵੀ ਸਰਕਾਰ ਨੇ ਭਾਈ ਜਸਵੰਤ ਸਿੰਘ ਦੀ ਸਿਆਸੀ ਪਨਾਹ ਲਈ ਦਰਖਾਸਤ ਮਨਜ਼ੂਰ ਕਰ ਲਈ ਸੀ। ਇੰਗਲੈਂਡ ਤੋਂ ਵਾਪਸ ਮੁੜਨ ਦਾ ਅਚਾਨਕ ਫੈਸਲਾ। ਭਾਈ ਜਸਵੰਤ ਸਿੰਘ ਦੇ ਇੰਗਲੈਂਡ ਹੁੰਦਿਆਂ ਹੀ ਫਰਵਰੀ 1992 ਵਿੱਚ ਪੰਜਾਬ ਵਿੱਚ ਹਕੂਮਤੀ ਦਹਿਸ਼ਤ ਦੇ ਪਰਛਾਵੇਂ ਹੇਠ ਵਿਧਾਨ ਸਭਾ ਲਈ ਚੋਣਾਂ ਦਾ ਡਰਾਮਾ ਕੀਤਾ ਗਿਆ ਸੀ। ਇਹਨਾਂ ਚੋਣਾਂ ਦਾ ਅਕਾਲੀ ਦਲ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਛੱਡ ਕੇ ਬਾਕੀ ਸਾਰੇ ਧੜਿਆਂ ਨੇ ਤੇ ਸਾਰੀਆਂ ਖਾੜਕੂ ਜਥੇਬੰਦੀਆਂ ਨੇ ਮੁਕੰਮਲ ਬਾਈਕਾਟ ਕੀਤਾ ਸੀ। ਸਿਰਫ ਕਾਂਗਰਸ ਤੇ ਕਮਿਊਨਿਸਟ ਪਾਰਟੀਆਂ ਨੇ ਚੋਣਾਂ ਵਿੱਚ ਹਿੱਸਾ ਲੈਣ ਦੀ ਬੇਹਯਾਈ ਕੀਤੀ ਸੀ। ਕੇਂਦਰ ਸਰਕਾਰ ਨੇ ਲੋਕਾਂ ਨੂੰ ਵੋਟਾਂ ਪਾਉਣ ਲਈ ਉਤਸ਼ਾਹਿਤ ਕਰਨ ਵਾਸਤੇ ਆਪਣੇ ਹਥਿਆਰਬੰਦ ਬਲਾਂ ਸਮੇਤ ਸਾਰੀ ਹਕੂਮਤੀ ਮਸ਼ੀਨਰੀ ਝੋਕ ਦਿੱਤੀ ਸੀ। ਮੁੱਖ ਧਾਰਾ ਮੀਡੀਆ ਦਾ ਵੀ ਵੋਟਾਂ ਦੇ ਪੱਖ ਵਿੱਚ ਪੂਰਾ ਜ਼ੋਰ ਲੱਗਾ ਹੋਇਆ ਸੀ। ਪਰ ਸਭ ਕੁਝ ਦੇ ਬਾਵਜੂਦ ਪੰਜਾਬ ਦੇ ਲੋਕਾਂ, ਖਾਸ ਕਰਕੇ ਪੇਂਡੂ ਵਰਗਾਂ ਨੇ ਖਾੜਕੂਆਂ ਵੱਲੋਂ ਵੋਟਾਂ ਦਾ ਬਾਈਕਾਟ ਕਰਨ ਲਈ ਦਿੱਤੇ ਸੱਦੇ ਨੂੰ ਪੁਰਜ਼ੋਸ਼ ਹੁੰਗਾਰਾ ਭਰਿਆ ਸੀ। ਸਾਰੇ ਯਤਨਾਂ ਦੇ ਬਾਵਜੂਦ ਸਿਰਫ 23% ਦੇ ਕਰੀਬ ਵੋਟਾਂ ਪਈਆਂ ਸਨ। ਪੰਜਾਬ ਦੇ ਕੁੱਲ 1 ਕਰੋੜ ਤੇ 32 ਲੱਖ ਵੋਟਰਾਂ ਚੋਂ ਸਿਰਫ 31 ਲੱਖ ਦੇ ਕਰੀਬ ਵੋਟਰਾਂ ਨੇ ਵੋਟਾਂ ਪਾਈਆਂ ਸਨ, ਜਿਨ੍ਹਾਂ ਵਿੱਚੋਂ ਕਾਂਗਰਸ ਪਾਰਟੀ ਨੂੰ ਸਾਰੇ ਪੰਜਾਬ ਵਿੱਚੋਂ ਮਹਿਜ਼ 13 ਲੱਖ ਵੋਟਾਂ ਹੀ ਮਿਲੀਆਂ ਸਨ। ਪੰਜਾਬ ਵਿੱਚ ਤਾਂ ਨਾ ਮਾਤਰ ਵੋਟਾਂ ਪਈਆਂ ਸਨ। ਭਾਰਤ ਦੇ ਇਤਿਹਾਸ ਅੰਦਰ ਪਹਿਲਾਂ ਕਦੇ ਵੀ ਇੰਨੀਆਂ ਘੱਟ ਵੋਟਾਂ ਨਾਲ ਸਰਕਾਰ ਨਹੀਂ ਬਣੀ ਸੀ। ਇਹ ਬੇਸ਼ਰਮੀ ਦੀ ਇੰਤਹਾ ਸੀ। ਇਸ ਤਰ੍ਹਾਂ ਬੇਅੰਤ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਨਜਾਇਜ਼ ਸਰਕਾਰ ਬਣ ਗਈ ਸੀ। ਬੇਅੰਤ ਸਿੰਘ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਅੰਦਰ ਪੁਲਿਸ ਤੇ CRP ਨੂੰ ਸਿੱਖਾਂ ਉੱਤੇ ਜ਼ਬਰ ਢਾਉਣ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ ਸੀ। ਬੇਲਗਾਮ ਹੋਏ ਸਰਕਾਰੀ ਹਥਿਆਰਬੰਦ ਦਸਤਿਆਂ ਨੇ 18ਵੀਂ ਸਦੀ ਦੇ ਜ਼ੁਲਮਾਂ ਨੂੰ ਮਾਤ ਪਾ ਦਿੱਤਾ ਸੀ। ਥੋੜੇ ਚਿਰ ਵਿੱਚ ਹੀ ਇੱਕ-ਇੱਕ ਕਰਕੇ ਸਿੱਖ ਖਾੜਕੂ ਸੰਘਰਸ਼ ਦੇ ਚੋਟੀ ਦੇ ਆਗੂ ਸ਼ਹੀਦ ਕਰ ਦਿੱਤੇ ਗਏ ਸਨ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਖਾੜਕੂ ਯੋਧਿਆਂ ਤੇ ਉਹਨਾਂ ਨੂੰ ਠਾਹਰਾਂ ਦੇਣ ਵਾਲੇ ਮਾਸੂਮ ਲੋਕਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਭਾਈ ਜਸਵੰਤ ਸਿੰਘ ਇੰਗਲੈਂਡ ਸਲੋ ਵਿਖੇ ਆਪਣੇ ਛੋਟੇ ਭਾਈ ਅਮਰਜੀਤ ਸਿੰਘ ਦੇ ਘਰ ਵਿੱਚ ਬੈਠਾ ਇਸ ਸਾਰੇ ਜ਼ੁਲਮੀ ਵਰਤਾਰੇ ਨੂੰ ਡੂੰਘੀ ਨੀਝ ਤੇ ਚਿੰਤਾ ਨਾਲ ਦੇਖ ਰਿਹਾ ਸੀ। ਅਮਰਜੀਤ ਸਿੰਘ ਨੇ ਜਸਵੰਤ ਸਿੰਘ ਦੀ ਉਸ ਸਮੇਂ ਦੀ ਮਨੋਵਸਥਾ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ। ਚੋਣਾਂ ਤੋਂ ਬਾਅਦ ਜਸਵੰਤ ਸਿੰਘ ਪੰਜਾਬ ਤੋਂ ਮਿਲ ਰਹੀਆਂ ਖਬਰਾਂ ਸੁਣ ਕੇ ਬਹੁਤ ਗੰਭੀਰ ਰਹਿਣ ਲੱਗ ਪਿਆ ਸੀ। ਉਹ ਘੰਟਿਆਂ ਬੱਧੀ ਇਕੱਲਾ ਕਮਰੇ ਵਿੱਚ ਬੈਠਾ ਖਾਮੋਸ਼ ਰਹਿੰਦਾ ਸੀ। ਜ਼ਿਆਦਾ ਸਮਾਂ ਪਾਠ ਕਰਦਾ ਤੇ ਡੂੰਘੀਆਂ ਸੋਚਾਂ ਵਿੱਚ ਡੁੱਬਿਆ ਰਹਿੰਦਾ ਸੀ। ਕੁਝ ਦਿਨ ਇਸੇ ਅਵਸਥਾ ਵਿੱਚ ਰਿਹਾ ਤੇ ਫਿਰ ਇੱਕ ਦਿਨ ਅਚਾਨਕ ਮੈਨੂੰ ਕਹਿਣ ਲੱਗਾ, ਅਮਰਜੀਤ, ਮੈਂ ਵਾਪਸ ਪੰਜਾਬ ਜਾਣਾ ਚਾਹੁੰਦਾ। ਹੋਮ ਆਫਿਸ ਕੋਲੋਂ ਮੇਰਾ ਪਾਸਪੋਰਟ ਵਾਪਸ ਮੰਗਾ ਲੈ। ਮੈਂ ਕਿਹਾ, ਹੁਣ ਤਾਂ ਸਿਆਸੀ ਪਨਾਹ ਵੀ ਮਿਲ ਗਈ ਹੈ। ਅਸੀਂ ਤਾਂ ਭਾਬੀ ਜੀ ਤੇ ਬੱਚਿਆਂ ਨੂੰ ਵੀ ਇੱਥੇ ਸੱਦਣ ਦੀ ਤਿਆਰੀ ਕਰ ਰਹੇ ਹਾਂ। ਫਿਰ ਅਚਾਨਕ ਇਹ ਫੈਸਲਾ ਕਿਉਂ ਕਰ ਲਿਆ? ਉਸ ਦਾ ਜਵਾਬ ਸੀ, ਅਮਰਜੀਤ, ਮੈਂ ਜੋ ਕਰਨਾ ਚਾਹੁੰਦਾ ਇੱਥੇ ਰਹਿ ਕੇ ਨਹੀਂ ਕਰ ਸਕਦਾ। ਉਸ ਲਈ ਮੇਰਾ ਪੰਜਾਬ ਜਾਣਾ ਜ਼ਰੂਰੀ ਹੈ। ਇੱਥੋਂ ਦਾ ਕੰਮ ਤੁਸੀਂ ਸਾਂਭ ਜਾਣਾ। ਇਹ ਸ਼ਬਦ ਉਸਨੇ ਪੂਰੇ ਸਹਿਜ ਤੇ ਦ੍ਰਿੜ ਅੰਦਾਜ਼ ਵਿੱਚ ਕਹੇ ਸਨ। ਸਾਰਿਆਂ ਨੇ ਉਸ ਨੂੰ ਰਹਿਣ ਲਈ ਮਨਾਉਣ ਦੇ ਪੁਰਜ਼ੋਰ ਯਤਨ ਕੀਤੇ। ਸਲੋ ਦੇ MP ਜੌਨ ਵਾਟਸ ਨੇ ਵੀ ਘਰ ਆ ਕੇ ਉਸ ਨੂੰ ਵਾਪਸ ਜਾਣ ਤੋਂ ਵਰਜਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਹ ਆਪਣੇ ਫੈਸਲੇ ਤੇ ਅਡੋਲ ਰਿਹਾ ਅਤੇ ਕਿਸੇ ਦੇ ਵੀ ਕਹਿਣ ਤੇ ਆਪਣਾ ਫੈਸਲਾ ਬਦਲਣ ਲਈ ਰਾਜ਼ੀ ਨਾ ਹੋਇਆ। ਅੰਤ ਵਿੱਚ ਸਾਰਿਆਂ ਨੇ ਉਸ ਦੀ ਮਰਜ਼ੀ ਅੱਗੇ ਹਾਰ ਮੰਨ ਲਈ ਅਤੇ ਹੋਮ ਆਫਿਸ ਨੂੰ ਸੂਚਿਤ ਕਰਕੇ ਉਸ ਦਾ ਪਾਸਪੋਰਟ ਵਾਪਸ ਮੰਗਵਾ ਲਿਆ ਸੀ। ਭਾਈ ਜਸਵੰਤ ਸਿੰਘ ਦੇ ਇਸ ਫੈਸਲੇ ਦੀ ਕੀ ਵਿਆਖਿਆ ਹੋ ਸਕਦੀ ਹੈ? ਇਸ ਦਾ ਸਹੀ ਉੱਤਰ ਇਸ ਫੈਸਲੇ ਤੋਂ ਬਾਅਦ ਉਸ ਦੇ 3 ਸਾਲਾਂ ਦੇ ਅਮਲ ਤੇ ਸਭ ਤੋਂ ਵੱਧ ਉਸ ਦੀ ਸ਼ਹਾਦਤ ਤੋਂ ਮਿਲ ਸਕਦਾ ਹੈ। ਠੀਕ ਹੈ, ਉਸ ਨੂੰ ਇੰਗਲੈਂਡ ਵਿੱਚ ਸਿਆਸੀ ਪਨਾਹ ਮਿਲ ਗਈ ਸੀ,
ਉਹ ਉੱਥੇ ਜਿੰਨੀ ਦੇਰ ਚਾਹੁੰਦਾ ਰਹਿ ਸਕਦਾ ਸੀ ਤੇ ਹੋਰਨਾਂ ਵਾਂਗ ਸਮਾਂ ਪੈਣ ਨਾਲ ਆਪਣੇ ਬੱਚਿਆਂ ਨੂੰ ਵੀ ਉੱਥੇ ਬੁਲਾ ਸਕਦਾ ਸੀ। ਉਹਨਾਂ ਵੇਲਿਆਂ ਵਿੱਚ ਖਾੜਕੂ ਲਹਿਰ ਦੇ ਬਹੁਤ ਸਾਰੇ ਸਮਰਥਕਾਂ ਨੇ ਇੰਜ ਹੀ ਕੀਤਾ ਸੀ। ਇਹ ਵੀ ਦਲੀਲ ਦਿੱਤੀ ਜਾ ਸਕਦੀ ਹੈ ਕਿ ਉਹ ਉੱਥੇ ਰਹਿੰਦਾ ਹੋਇਆ ਵੀ ਕੌਮ ਦੀ ਸੇਵਾ ਕਰ ਸਕਦਾ ਸੀ, ਜਿਵੇਂ ਲਗਭਗ 1 ਸਾਲ ਤੋਂ ਕਰ ਹੀ ਰਿਹਾ ਸੀ। ਜਿਹੜੇ ਬੰਦੇ ਉਸ ਨੂੰ ਵਾਪਸ ਜਾਣ ਤੋਂ ਵਰਜ ਰਹੇ ਸਨ, ਇੱਕ ਪੱਖੋਂ ਉਹ ਸੱਚੇ ਸਨ, ਕਿਉਂਕਿ ਇਹ ਸੱਚਾਈ ਸਾਰੇ ਜਾਣਦੇ ਸਨ ਕਿ ਉਸ ਵੇਲੇ ਉਸ ਦਾ ਇੰਗਲੈਂਡ ਤੋਂ ਵਾਪਸ ਪੰਜਾਬ ਜਾਣਾ ਸਰਕਾਰੀ ਜ਼ੁਲਮਾਂ ਦੇ ਬਲਦੇ ਭਾਂਬੜਾਂ ਵਿੱਚ ਛਾਲ ਮਾਰਨ ਵਾਲੀ ਗੱਲ ਸੀ। ਤਰਕਸ਼ੀਲ ਦ੍ਰਿਸ਼ਟੀ ਦੇ ਹਿਸਾਬ ਨਾਲ ਉਸ ਦਾ ਇਹ ਫੈਸਲਾ ਆਤਮਘਾਤੀ ਸੀ, ਜਿਹੜਾ ਕਿਸੇ ਹਿਸਾਬ ਨਾਲ ਵੀ ਠੀਕ ਨਹੀਂ ਕਿਹਾ ਜਾ ਸਕਦਾ ਸੀ। ਇਹ ਤਾਂ ਹੋ ਨਹੀਂ ਸਕਦਾ ਕਿ ਜਿਹੜਾ ਖਤਰਾ ਆਮ ਬੁੱਧੀ ਵਾਲੇ ਵਿਅਕਤੀਆਂ ਨੂੰ ਵੀ ਦਿਖ ਰਿਹਾ ਸੀ, ਉਹ ਜਸਵੰਤ ਸਿੰਘ, ਜਿਸ ਦੀ ਬੁੱਧੀ ਆਮ ਨਾਲੋਂ ਕਿਤੇ ਵੱਧ ਤੀਖਣ ਸੀ, ਨੂੰ ਦਿਖਾਈ ਨਾ ਦਿੱਤਾ ਹੋਵੇ। ਇਹ ਗੱਲ ਮੰਨਣ ਵਿੱਚ ਨਹੀਂ ਆਉਂਦੀ, ਕਿਉਂਕਿ ਥੋੜੇ ਮਹੀਨੇ ਪਹਿਲਾਂ ਉਸਨੇ ਸਿਆਸੀ ਪਨਾਹ ਦੀ ਮੰਗ ਕਰਦਿਆਂ ਜਿਹੜਾ ਪੱਤਰ ਲਿਖਿਆ ਸੀ, ਉਸ ਵਿੱਚ ਉਸਨੇ ਪੰਜਾਬ ਵਿੱਚ ਉਸ ਦੀ ਜਾਨ ਨੂੰ ਦਰਪੇਸ਼ ਖਤਰੇ ਦੀ ਬਹੁਤ ਹੀ ਹਕੀਕੀ ਤਸਵੀਰ ਪੇਸ਼ ਕੀਤੀ ਸੀ। ਤਾਂ ਫਿਰ ਕੀ ਇਸ ਨੂੰ ਉਸ ਦੀ ਮਹਿਜ਼ ਜ਼ਿੱਦ ਹੀ ਕਿਹਾ ਜਾਵੇ? ਤਰਕਵਾਦੀ ਨਜ਼ਰੀਏ ਤੋਂ ਕਈਆਂ ਨੂੰ ਇਹ ਵਿਆਖਿਆ ਵੀ ਠੀਕ ਲੱਗ ਸਕਦੀ ਹੈ, ਕਿਉਂਕਿ ਉਹ ਇਹ ਮੰਨ ਕੇ ਚੱਲਦੇ ਹਨ ਕਿ ਬੰਦਾ ਆਪਣੀ ਜ਼ਿੰਦਗੀ ਦੇ ਸਾਰੇ ਫੈਸਲੇ ਆਪਣੀ ਅਕਲ ਭਾਵ ਬੁੱਧੀ ਦੇ ਬਲਬੂਤੇ ਤੇ ਕਰਦਾ ਹੈ। ਇਸ ਤਰਕਸ਼ੀਲ ਨਜ਼ਰੀਏ ਦੇ ਹਿਸਾਬ ਨਾਲ ਕਿਸੇ ਪ੍ਰਤੱਖ ਦਿਖਦੇ ਖਤਰੇ ਨੂੰ ਪਛਾਣਨ ਤੇ ਇਸ ਤੋਂ ਬਚਣ ਦੀ ਕੋਸ਼ਿਸ਼ ਨਾ ਕਰਨੀ ਬੇਅਕਲੀ ਬਣ ਜਾਂਦੀ ਹੈ। ਪਰ ਇਹ ਸੱਚ ਨਹੀਂ ਹੈ, ਬਲਕਿ ਪੂਰੀ ਤਰ੍ਹਾਂ ਗਲਤ ਹੈ। ਇਸੇ ਸਾਲ 2020 6 ਜੂਨ ਦੇ ਇਤਿਹਾਸਕ ਦਿਵਸ ਤੇ ਪੰਜਾਬ ਵਿੱਚ ਸੰਵਾਦ ਦੇ ਨਾਂ ਹੇਠ ਕੰਮ ਕਰਦੇ ਕੁਝ ਪੰਥ ਦਰਦੀਆਂ ਨੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਸਿੱਖ ਪੰਥ ਸਾਹਮਣੇ ਇੱਕ ਮਹੱਤਵਪੂਰਨ ਦਸਤਾਵੇਜ਼ ਅਗਾਂਹ ਵੱਲ ਨੂੰ ਤੁਰਦਿਆਂ ਜਾਰੀ ਕੀਤਾ, ਜਿਸ ਦੇ ਆਰੰਭ ਵਿੱਚ ਉਪਰੋਕਤ ਤਰਕਸ਼ੀਲ ਸੋਚਣੀ ਨੂੰ ਮੌਜੂਦਾ ਦੌਰ ਵਿੱਚ ਸਿੱਖ ਪੰਥ ਦੇ ਰੋਗ ਦਾ ਕੇਂਦਰੀ ਸੂਤਰ ਮੰਨਿਆ ਗਿਆ। ਇਹ ਕਿਹਾ ਗਿਆ ਹੈ, ਮੌਜੂਦਾ ਦੌਰ ਵਿੱਚ ਬਹੁ ਗਿਣਤੀ ਸਿੱਖਾਂ ਦੀ ਰਹਿਤ ਦਾ ਕੇਂਦਰ ਗੁਰੂ ਲਿਵ ਭਾਵ ਨਾਮ ਬਾਣੀ ਨਹੀਂ ਰਿਹਾ, ਜਿਸ ਕਾਰਨ ਸਿੱਖ ਸੁਰਤ ਵਿੱਚੋਂ ਇਲਾਹੀ ਹੁਕਮ ਅਤੇ ਰਜ਼ਾ ਦਾ ਅਹਿਸਾਸ ਪੇਤਲਾ ਹੋ ਗਿਆ। ਸਿੱਖ ਇਲਾਹੀ ਬਖਸ਼ਿਸ਼ ਦੀ ਬਜਾਏ ਸਿਰਫ ਇਨਸਾਨੀ ਉਪਾਅ ਜਾਂ ਵਿਧੀਆਂ ਉੱਪਰ ਟੇਕ ਰੱਖਣ ਲੱਗਾ। ਉਪਰੋਕਤ ਨਜ਼ਰੀਏ ਅਨੁਸਾਰ ਭਾਈ ਜਸਵੰਤ ਸਿੰਘ ਦਾ ਇੰਗਲੈਂਡ ਤੋਂ ਪੰਜਾਬ ਵਾਪਸ ਆਉਣ ਦਾ ਫੈਸਲਾ ਕਿਸੇ ਜਜ਼ਬਾਤੀ ਉਛਾਲ ਜਾਂ ਜ਼ਿੱਦ ਚੋਂ ਨਹੀਂ ਨਿਕਲਿਆ ਸੀ। ਭਾਈ ਜਸਵੰਤ ਸਿੰਘ ਨੂੰ ਇਹ ਆਪਣੀ ਆਤਮਾ ਦੀ ਆਵਾਜ਼ ਮਹਿਸੂਸ ਹੋਈ ਸੀ। ਉਸਨੇ ਇਸ ਨੂੰ ਹੋਰਨਾਂ ਵਾਂਗੂ ਨਫੇ ਨੁਕਸਾਨ ਦੇ ਪਦਾਰਥਵਾਦੀ ਤਰਕ ਦੇ ਤਰਾਜ਼ੂ 'ਚ ਰੱਖ ਕੇ ਨਹੀਂ ਤੋਲਿਆ ਸੀ। ਉਸ ਲਈ ਇਹ ਸਤਿਗੁਰੂ ਦਾ ਭਾਣਾ ਸੀ ਤੇ ਫਿਰ ਇਸ ਨੂੰ ਨਾ ਮੰਨਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਭਾਈ ਜਸਵੰਤ ਸਿੰਘ ਨੂੰ ਬੋਧ ਹੋ ਗਿਆ ਸੀ ਕਿ ਇਹ ਗੱਲ ਵਾਹਿਗੁਰੂ ਜਾਣਦਾ ਹੈ ਕਿ ਉਸਨੇ ਆਪਣੇ ਕਿਸੇ ਸੇਵਕ ਤੋਂ ਕਿਹੜੀ ਸੇਵਾ ਲੈਣੀ ਹੈ ਤੇ ਕਿਸ ਰੂਪ ਵਿੱਚ ਲੈਣੀ ਹੈ। ਇਸ ਇਲਾਹੀ ਫੈਸਲੇ ਤੇ ਵਿਅਕਤੀ ਦਾ ਕੋਈ ਅਧਿਕਾਰ ਨਹੀਂ ਹੈ। ਸਿੱਖ ਨੇ ਤਾਂ ਪੂਰਨ ਸ਼ਰਧਾ ਤੇ ਸਮਰਪਣ ਦੀ ਭਾਵਨਾ ਨਾਲ ਅਕਾਲ ਪੁਰਖ ਦੀ ਰਜ਼ਾ ਅਨੁਸਾਰ ਚੱਲਣਾ ਹੈ ਅਤੇ ਉਸ ਦੇ ਹਰ ਕਰਮ ਨੂੰ ਭਾਣਾ ਕਹਿ ਕੇ ਮੰਨਣਾ ਹੈ। ਜਦੋਂ ਕਿਸੇ ਸਿੱਖ ਉੱਤੇ ਵਾਹਿਗੁਰੂ ਦੀ ਇਹ ਰਹਿਮਤ ਹੋ ਜਾਂਦੀ ਹੈ ਤਾਂ ਉਸ ਦੇ ਲਈ ਦੁੱਖ ਤੇ ਸੁੱਖ ਅਤੇ ਜੀਵਨ ਤੇ ਮੌਤ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ। ਉਸ ਵੇਲੇ ਉਹ ਜਿਉਂਦਾ ਹੋਇਆ ਵੀ ਸ਼ਹੀਦੀ ਦੇ ਆਲਮ ਵਿੱਚ ਹੀ ਵਿਚਰ ਰਿਹਾ ਹੁੰਦਾ ਹੈ। ਇਸ ਅਵਸਥਾ ਵਿੱਚੋਂ ਲਏ ਫੈਸਲੇ ਅਡੋਲ ਹੁੰਦੇ ਨੇ। ਇਹਨਾਂ ਵਿੱਚ ਦੁਬਿਧਾ ਤੇ ਡਾਵਾਂ ਡੋਲਤਾ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ। ਭਾਈ ਜਸਵੰਤ ਸਿੰਘ ਨੂੰ ਪੰਜਾਬ ਪਰਤਣ ਤੋਂ ਰੋਕਣ ਦੇ ਯਤਨ ਕਰਨ ਵਾਲੇ ਉਸ ਦੇ ਸ਼ੁਭ ਚਿੰਤਕਾਂ ਨੂੰ ਉਸ ਦੀ ਇਸ ਆਤਮਿਕ ਅਵਸਥਾ ਦਾ ਗਿਆਨ ਜਾਂ ਅਹਿਸਾਸ ਨਹੀਂ ਸੀ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਅਡੋਲਤਾ ਨੂੰ ਉਸ ਦੀ ਅੜੀ ਤੇ ਜ਼ਿੱਦ ਕਹਿਣ ਵਾਲੇ ਭੁੱਲੜਾਂ ਉੱਤੇ ਵੀ ਇਹੋ ਗੱਲ ਲਾਗੂ ਹੁੰਦੀ ਹੈ। ਅਤੇ ਜਿਵੇਂ ਕਿ ਅੱਗੇ ਜਾ ਕੇ ਦੇਖਿਆ ਜਾਵੇਗਾ, ਭਾਈ ਜਸਵੰਤ ਸਿੰਘ ਨੂੰ ਇਸ ਸਥਿਤੀ ਦਾ ਸ਼ਹੀਦ ਹੋ ਜਾਣ ਤੱਕ ਵਾਰ-ਵਾਰ ਤੇ ਲਗਾਤਾਰ ਸਾਹਮਣਾ ਕਰਨਾ ਪੈਂਦਾ ਰਿਹਾ। ਜਸਵੰਤ ਸਿੰਘ ਨੇ ਜਦੋਂ ਵਾਪਸ ਮੁੜਨ ਦਾ ਫੈਸਲਾ ਕਰ ਲਿਆ ਸੀ ਤਾਂ ਉਸਨੇ ਕਾਮਨਵੈਲਥ ਦੇਸ਼ਾਂ ਦੇ ਸਕੱਤਰ ਜਨਰਲ ਨੂੰ ਇੱਕ ਪੱਤਰ ਲਿਖ ਕੇ ਕਿਹਾ ਸੀ
ਕਿ ਮੈਂ ਸ਼ਰਧਾਵਾਨ ਸਿੱਖ ਹੋਣ ਦੇ ਨਾਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੇ ਉੱਥੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਬਿਨਾਂ ਬਹੁਤਾ ਸਮਾਂ ਨਹੀਂ ਰਹਿ ਸਕਦਾ। ਇਸ ਕਰਕੇ ਮੈਂ ਤੁਹਾਥੋਂ ਇਹ ਮੰਗ ਕਰਦਾ ਕਿ ਮੇਰੇ ਭਾਰਤ ਪਰਤਣ ਤੇ ਮੇਰੇ ਮਨੁੱਖੀ ਹੱਕਾਂ ਦੀ ਰੱਖਿਆ ਯਕੀਨੀ ਬਣਾਈ ਜਾਵੇ। ਉਸਨੇ ਪੱਤਰ ਵਿੱਚ ਆਪਣੀ ਵਿਚਾਰਧਾਰਕ ਪੋਜੀਸ਼ਨ ਸਪਸ਼ਟ ਕਰਦਿਆਂ ਲਿਖਿਆ ਸੀ, ਮੇਰਾ ਇਹ ਵਿਸ਼ਵਾਸ ਹੈ ਕਿ ਇੱਕ ਸਿੱਖ ਹੋਣ ਦੇ ਨਾਤੇ ਸਾਡੇ ਸਿੱਖ ਪੰਥ ਲਈ ਆਤਮ ਨਿਰਣੇ ਦੇ ਹੱਕ ਭਾਵ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਹਮਾਇਤ ਕਰਨਾ ਮੇਰਾ ਨੈਤਿਕ ਅਧਿਕਾਰ ਹੈ, ਜਿਸ ਕਰਕੇ ਮੈਂ ਖਾਲਿਸਤਾਨ ਦੇ ਨਾਅਰੇ ਦੀ ਹਮਾਇਤ ਕਰਦਾ ਅਤੇ ਮੇਰਾ ਇਹ ਦ੍ਰਿੜ ਵਿਸ਼ਵਾਸ ਹੈ ਕਿ ਇਸ ਸਮੱਸਿਆ ਦੇ ਸਮੇਤ ਸਾਰੀਆਂ ਸਮਾਜਿਕ ਸਮੱਸਿਆਵਾਂ ਦੇ ਹੱਲ ਲਈ ਜਮਹੂਰੀ ਤੇ ਮਾਨਵੀ ਪਹੁੰਚ ਅਪਣਾਏ ਜਾਣ ਦੀ ਲੋੜ ਹੈ। ਇਸ ਲਈ ਕਿਰਪਾ ਕਰਕੇ ਭਾਰਤ ਸਰਕਾਰ ਨੂੰ ਕਹੋ ਕਿ ਉਹ ਜਮਹੂਰੀ ਤੌਰ ਤਰੀਕੇ ਅਪਣਾਏ ਅਤੇ ਮੈਨੂੰ ਅੰਮ੍ਰਿਤਸਰ ਵਿੱਚ ਦਾਖਲ ਹੋਣ ਤੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ। ਪਰ ਸਪਸ਼ਟ ਹੈ ਕਿ ਉਸ ਦੇ ਇਸ ਪੱਤਰ ਉੱਤੇ ਕੋਈ ਅਮਲ ਨਹੀਂ ਹੋਇਆ ਸੀ। ਲਗਭਗ 1 ਸਾਲ ਇੰਗਲੈਂਡ ਵਿੱਚ ਗੁਜ਼ਾਰਨ ਤੋਂ ਪਿੱਛੋਂ ਭਾਈ ਜਸਵੰਤ ਸਿੰਘ ਮਈ ਦੇ ਅਖੀਰ ਵਿੱਚ ਪੰਜਾਬ ਮੁੜ ਆਇਆ ਸੀ। ਲਗਭਗ 1 ਸਾਲ ਇੰਗਲੈਂਡ ਵਿੱਚ ਗੁਜ਼ਾਰਨ ਤੋਂ ਪਿੱਛੋਂ ਭਾਈ ਜਸਵੰਤ ਸਿੰਘ ਮਈ ਦੇ ਅਖੀਰ ਵਿੱਚ ਪੰਜਾਬ ਮੁੜ ਆਇਆ ਸੀ।